ਕਿ ਜਦੋਂ ਅਸੀਂ ਹੈਲਥ ਮਿਨਿਸਟਰ ਸਾਹਿਬ ਦੇ ਨਾਲ ਮੀਟਿੰਗ ਕਰਦੇ ਆ ਤਾਂ ਉਹ ਸਾਨੂੰ ਇਹ ਕਹਿੰਦੇ ਕਿ ਮੇਰੇ ਹੱਥ ਵੱਸ ਕੁਝ ਨਹੀਂ ਹੈਗਾ, ਕਿ ਮੈਂ ਕੁਝ ਕਰ ਹੀ ਨਹੀਂ ਸਕਦਾ। ਇਹ ਸਾਰਾ ਕੁਝ ਜਿਹੜਾ ਹੈ ਨਾ ਸੀਐਮ ਸਾਹਿਬ ਕੋਲ ਹੈਗੇ ਆ। ਜਦ ਹੈਲਥ ਮਿਨਿਸਟਰਸ ਦੇ ਹੱਥ ਦੇ ਵਿੱਚ ਕੁਝ ਹੈ ਹੀ ਨਹੀਂ ਹੈ ਤੇ ਉਹਨਾਂ ਨੂੰ ਜਿਹੜੀ ਪਦਵੀ ਹੈ ਜਾਂ ਉਹਨਾਂ ਨੂੰ ਪੋਸਟ ਕਿਸ ਚੀਜ਼ ਦੀ ਦਿੱਤੀ ਦੀ ਹੈ ਜਦ ਉਹ ਕੁਝ ਕਰ ਹੀ ਨਹੀਂ ਸਕਦੇ। ਆਪ ਮੰਨਦੇ ਨੇ ਉਹ ਇਹ ਚੀਜ਼ ਨੂੰ ਕਿ ਮੇਰੇ ਹੱਥ ਕੁਝ ਜੀ ਬਿਲਕੁਲ, ਉਹਨਾਂ ਨੇ ਆਪ ਇਹ ਗੱਲ ਕਹੀ ਹੈ ਕਿ ਮੇਰੇ ਹੱਥ 'ਚ ਕੁਝ ਨਹੀਂ ਹੈਗਾ, ਮੈਂ ਮੁਲਾਜ਼ਮਾਂ ਵਾਸਤੇ ਕੁਝ ਨਹੀਂ ਕਰ ਸਕਦਾ। ਸਾਰੇ ਜਿਹੜੇ ਹੈਲਥ ਡਿਪਾਰਟਮੈਂਟ ਦੇ ਕੱਚੇ ਮੁਲਾਜ਼ਮ ਹੈ, ਸਾਨੂੰ ਜਿਹੜੀ ਸੈਲਰੀ ਦਿੱਤੀ ਜਾਂਦੀ ਹੈ ਉਹ ਰੈਗੂਲਰ ਡਿਪਾਰਟਮੈਂਟ ਦੇ ਨਾਲੋਂ ਬਿਲਕੁਲ 30% ਤੇ ਸਾਨੂੰ ਸੈਲਰੀ ਦਿੱਤੀ ਜਾਂਦੀ ਹੈ। ਜੇ ਉਹ ਪ੍ਰੈਗਨੈਂਟ ਲੇਡੀਜ਼ ਵੀ ਨਹੀਂ ਹੈਗੀਆਂ ਨੇ, ਕੁਝ ਹੈਂਡੀਕੈਪ ਵੀ ਨੇ, ਤੁਸੀਂ ਦੇਖੋਗੇ ਕਿ ਸਾਡੇ ਨਾਲ ਹੈਂਡੀਕੈਪ ਵੀ ਨੇ ਜਿਹੜੇ ਇੱਥੇ ਪਹੁੰਚੇ ਹੋਏ ਆ। ਜਦੋਂ ਅਸੀਂ ਇੱਥੋਂ ਮੂਵ ਕਰਨ ਲੱਗੇ ਸੀ ਤਾਂ ਉਸ ਤੋਂ ਬਾਅਦ ਜਿਹੜਾ ਸਾਡੇ ਨਾਲ ਧੱਕਾਸ਼ਾਹੀ ਹੋਈ ਹੈ। ਫੀਮੇਲਸ ਜਿਹੜੇ ਪੁਲਿਸ ਵਾਲੇ ਆ ਉਹਨਾਂ ਨੇ ਸਾਡੇ ਨਾਲ ਕੁੱਟਮਾਰ ਕੀਤੀ ਹੈ ਔਰ ਕਾਫੀ ਈਵਨ ਸਾਡੇ ਬੰਦੇ ਵੀ ਜਿਹੜੇ ਉਹ ਚੱਕ ਕੇ ਲੈ ਗਏ ਸੀਗੇ। ਕਿ ਦੇਖ ਲਓ ਕਿ 15 ਤਾਰੀਖ ਹੋ ਗਈ ਹੈ, ਹਜੇ ਤੱਕ ਸਾਡੀ ਤਨਖਾਹ ਨਹੀਂ ਆਈ ਹੈਗੀ। ਤੇ ਐਵੇਂ ਹੀ ਪਿਛਲਾ ਮਹੀਨਾ ਸੀਗਾ, ਉਹ ਪੂਰਾ ਮਹੀਨਾ ਲੰਘ ਗਿਆ ਸੀਗਾ, ਮਤਲਬ ਫਰਵਰੀ ਦੀ ਤਨਖਾਹ ਮਿਲੀ ਹੋਈ ਸੀਗੀ ਤੇ ਸਾਨੂੰ 31 ਜਾਂ 30 ਅਪ੍ਰੈਲ ਨੂੰ ਜਾ ਕੇ ਤਨਖਾਹ ਜਿਹੜੀ ਉਹ ਮਿਲ ਰਹੀ ਹੈ। ਮਹੀਨਾ ਦੋ ਮਹੀਨਾ ਸਾਨੂੰ ਤਨਖਾਹ ਨਹੀਂ ਮਿਲਦੀ ਹੈਗੀ, ਕੋਈ ਟਾਈਮ ਨਹੀਂ। ਜਦੋਂ ਇਹਨਾਂ ਨੂੰ ਕੋਈ ਚਾਹੀਦੀ ਹੈ ਕੰਮ ਜਿਹੜਾ ਚਾਹੀਦਾ ਉਹ ਇਹਨਾਂ ਨੂੰ ਸਮੇਂ ਸਿਰ ਚਾਹੀਦਾ ਤੇ ਉਹ ਵੀ ਬਿਨਾਂ ਸਾਜੋ ਸਮਾਨ ਭੇਜੇ। ਮਤਲਬ ਤੁਸੀਂ ਇਹ ਕਹਿ ਲਓ ਕਿ ਸਾਡਾ ਡਾਕਟਰਾਂ ਦਾ ਸਾਰਿਆਂ ਦਾ ਇਹ ਹਾਲ ਹੋ ਚੁੱਕਿਆ, ਕਮਿਊਨਿਟੀ ਹੈਲਥ ਅਫਸਰਾਂ ਦਾ ਜਾਂ ਇਹਨਾਂ ਦਾ ਜੋ ਵੀ ਸਟਾਫ ਹੈਲਥ ਦਾ, ਕਿ ਆਪਾਂ ਤੁਸੀਂ ਜਾਓ ਜੀ ਬੀਪੀ ਦਾ ਕੈਂਪ ਲਗਾਓ ਪਰ ਤੁਹਾਨੂੰ ਬੀਪੀ ਦਾ ਆਪਰੇਟਸ ਨਹੀਂ ਦੇਣਾ ਤੇ ਅਸੀਂ ਜਾ ਕੇ ਉੱਥੇ ਕੈਂਪ ਕਿੱਦਾਂ ਲਗਾਈਏ? ਮਤਲਬ ਉਹ ਅਸੀਂ ਆਪਣੇ ਪੱਲਿਓਂ ਖਰੀਦੀਏ। ਸਾਨੂੰ ਉਸ ਤਨਖਾਹ ਤਾਂ ਕੀ ਦੇਣੀ ਹੈ, ਲੇਕਿਨ ਸਾਡੇ ਕੰਮ ਕਰਨ ਲਈ ਜਿਹੜਾ ਸਾਨੂੰ ਸਮਾਨ ਭੇਜਣਾ ਹੈ, ਲੋਕਾਂ ਦੀ ਦਵਾਈਆਂ ਭੇਜਣੀਆਂ, ਉਹ ਵੀ ਸਾਨੂੰ ਆਪਣੇ ਪੱਲਿਓਂ ਲੈਣੀਆਂ ਪੈਣਗੀਆਂ। ਸਾਨੂੰ ਪਤਾ ਸੀ ਕਰੋਨਾ ਯੋਧੇ ਆ, ਅਸੀਂ ਕਿਸ ਤਰੀਕੇ ਦੇ ਨਾਲ ਅਸੀਂ ਕੰਮ ਕੀਤਾ ਸੀਗਾ, ਕਿਵੇਂ ਅਸੀਂ ਆਪਣੀਆਂ ਜਾਨਾਂ ਦੇ ਉੱਤੇ ਖੇਲ ਕੇ ਲੋਕਾਂ ਨੂੰ ਬਚਾਇਆ ਸੀਗਾ। ਲੁਧਿਆਣਾ ਵੈਸਟ 'ਚ ਇਲੈਕਸ਼ਨ ਤੋਂ ਬਾਅਦ ਲਗਾਤਾਰ ਇੱਥੇ ਧਰਨਿਆਂ ਦਾ ਗੜ ਬਣਿਆ ਹੋਇਆ ਹੈ। ਇਹ ਸਾਰਾ ਲੁਧਿਆਣਾ ਵੈਸਟ, ਇਸੇ ਵਿਚਾਲੇ NHM ਨੈਸ਼ਨਲ ਹੈਲਥ ਮਿਸ਼ਨ ਵਾਲੇ ਜਿਹੜੇ ਸਾਰੇ ਵਰਕਰ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਆਪਣੀਆਂ ਮੰਗਾਂ ਲੈ ਕੇ। ਉਹਨਾਂ ਕੋਲ ਜਾਣਦੇ ਆ ਕਿ ਕਿਹੜੀਆਂ ਉਹਨਾਂ ਦੀਆਂ ਮੰਗਾਂ ਨੇ ਤੇ ਇਸ ਸਰਕਾਰ ਦੇ ਨਾਲ ਉਹਨਾਂ ਦੀ ਕਿੰਨੀ ਕੁ ਗੱਲਬਾਤ ਹੋ ਸਕੀ ਹੈ, ਗੱਲ ਅੜੀ ਕਿੱਥੇ ਖੜੀ ਹੈ। ਬਹੁਤ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਆਪਣਾ ਵਿਭਾਗ ਤੇ ਆਪਣੀ ਜਥੇਬੰਦੀ ਦਾ ਨਾਮ। ਜੀ ਸਰ, ਅਸੀਂ NHM ਯੂਨੀਅਨ ਦੇ ਮੁਲਾਜ਼ਮ ਹੈਗੇ ਆ, ਜਿਹੜੇ ਕੱਚੇ ਮੁਲਾਜ਼ਮ ਹੈਗੇ ਆ ਤੇ ਸਾਡੀ ਜਿਹੜੀ ਜਥੇਬੰਦੀ ਹੈਗੀ ਆ ਉਹ NH ਮਤਲਬ ਨੈਸ਼ਨਲ ਹੈਲਥ ਮਿਸ਼ਨ ਦੀ ਜਥੇਬੰਦੀ। ਅਸੀਂ ਸਾਰੇ ਜਿਹੜੇ ਹੈਲਥ ਡਿਪਾਰਟਮੈਂਟ ਦੇ ਕੱਚੇ ਮੁਲਾਜ਼ਮ ਹੈ। ਸੋ ਇਹਨਾਂ ਵਿੱਚ ਡਾਕਟਰਸ ਆਉਂਦੇ ਨੇ, ਫਾਰਮਾਸਿਸਟ ਆਉਂਦੇ ਨੇ, ਕਮਿਊਨਿਟੀ ਹੈਲਥ ਆਫਿਸਰਸ ਨੇ, ਲੈਬ ਅਸਿਸਟੈਂਟਸ ਨੇ, ਇਹ ਸਾਰੇ ANMs ਨੇ, ਸਟਾਫ ਨਰਸਿਸ, ਇਹ ਸਾਰੇ ਹੀ ਸਾਡੇ NHM ਦੇ ਡਿਪਾਰਟਮੈਂਟ ਦੇ ਵਿੱਚ ਆਉਂਦੇ ਨੇ। ਠੀਕ ਹੈ। ਤੇ ਤੁਹਾਡੀਆਂ ਮੰਗਾਂ ਕੀ ਨੇ ਜਿਹੜੀਆਂ ਤੁਸੀਂ ਸਰਕਾਰ ਅੱਗੇ ਰੱਖ ਰਹੇ ਹੋ ਤੇ ਇਹਨਾਂ ਮੰਗਾਂ ਬਾਬਤ ਤੁਹਾਨੂੰ ਕੋਈ ਮੀਟਿੰਗ ਮਿਲੀ ਹੈ, ਕੋਈ ਗੱਲਬਾਤ ਹੋਈ ਹੈ? ਸਰ, ਸਾਡੀਆਂ ਮੰਗਾਂ ਇਹੀ ਸੀਗੀਆਂ ਕਿ ਸਾਨੂੰ ਜਿਹੜਾ ਹੈ ਰੈਗੂਲਰ ਡਿਪਾਰਟਮੈਂਟ ਨੂੰ, ਜਿਵੇਂ ਅਸੀਂ ਕੱਚੇ ਮੁਲਾਜ਼ਮ ਹਾਂ, ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਿਵੇਂ ਰੈਗੂਲਰ ਡਿਪਾਰਟਮੈਂਟ ਦੀ ਤਰ੍ਹਾਂ ਸਾਡੇ ਤੋਂ ਕੰਮ ਲੈਂਦੇ ਨੇ ਤੇ ਉਸ ਤਰੀਕੇ ਦੇ ਨਾਲ ਹੀ ਸਾਨੂੰ ਬਰਾਬਰ ਕੰਮ ਦਾ ਬਰਾਬਰ ਜਿਹੜੀ ਹੈ ਸੈਲਰੀ ਦਿੱਤੀ ਜਾਵੇ। ਸਾਨੂੰ ਜਿਹੜੀ ਸੈਲਰੀ ਦਿੱਤੀ ਜਾਂਦੀ ਹੈ ਉਹ ਰੈਗੂਲਰ ਡਿਪਾਰਟਮੈਂਟ ਦੇ ਨਾਲੋਂ ਬਿਲਕੁਲ 30% ਤੇ ਸਾਨੂੰ ਸੈਲਰੀ ਦਿੱਤੀ ਜਾਂਦੀ ਹੈ। ਜੇ ਉਹ 1 ਲੱਖ ਸੈਲਰੀ ਲੈ ਰਿਹਾ ਤੇ ਸਾਡਾ ਜਿਹੜਾ ਮੁਲਾਜ਼ਮ ਹੈ, ਜਿਹੜਾ ਸਾਡਾ ਇੱਕ ਡਾਕਟਰ ਹੈ, ਉਹ 30,000 ਤੇ ਕੰਮ ਕਰ ਰਿਹਾ। ਤੇ ਅਸੀਂ ਕਹਿ ਰਹੇ ਕਿ ਇਹ ਜਿਹੜਾ ਮਤਭੇਦ ਹੈ ਸਰਕਾਰ ਵੱਲੋਂ ਕਿਉਂ ਸਾਡੇ ਨਾਲ ਕੀਤਾ ਜਾ ਰਿਹਾ ਹੈ। ਸੋ ਅਸੀਂ ਇਹੀ ਚਾਹੁੰਦੇ ਆ, ਸਾਡੀ ਇਹੀ ਡਿਮਾਂਡ ਸੀਗੀ ਕਿ ਜੇ ਤੁਸੀਂ ਸਾਡੇ ਕੋਲ ਕੰਮ ਬਰਾਬਰ ਲੈਂਦੇ ਹੋ ਤਾਂ ਸਾਨੂੰ ਉਹਦੀ ਤਨਖਾਹ ਬਰਾਬਰ ਦਿੱਤੀ ਜਾਵੇ। ਜੇ ਤੁਸੀਂ ਬਰਾਬਰ ਜਿਵੇਂ ਬਾਕੀ ਜ਼ਿਲ੍ਹਿਆਂ, ਬਾਕੀ ਸਟੇਟਾਂ ਦੇ ਵਿੱਚ ਸਰ, ਜਿਵੇਂ ਹਰਿਆਣਾ ਹੋ ਗਿਆ, ਰਾਜਸਥਾਨ ਹੋ ਗਿਆ, ਇਹਦੇ ਵਿੱਚ ਉਹਨਾਂ ਸਰਕਾਰਾਂ ਵੱਲੋਂ ਇੱਕ ਪਾਲਿਸੀ ਜਾਰੀ ਕਰ ਦਿੱਤੀ ਗਈ ਹੈ ਕਿ 5 ਸਾਲ ਬਾਅਦ ਜਿਹੜੇ ਅਸੀਂ NHM ਦੇ ਮੁਲਾਜ਼ਮ ਨੂੰ ਰੈਗੂਲਰ ਕਰਾਂਗੇ। ਬਟ ਅਸੀਂ ਬਹੁਤ ਵਾਰ ਇਹਨਾਂ ਚੀਜ਼ਾਂ ਦੀ ਜਿਹੜੀ ਪ੍ਰੋਫਾਈਲ ਹੈ ਇਹਨਾਂ ਦੇ ਅੱਗੇ ਬਣਾ ਕੇ ਪੁੱਟ ਆਨ ਕੀਤੀ ਹੈ, ਬਟ ਅੱਜ ਤੱਕ ਸਾਡੀ ਕਿਸੇ ਵੀ ਗੱਲ ਤੇ ਜਿਹੜਾ ਹੈ ਸੁਣਾਈ ਨਹੀਂ ਹੋਈ ਹੈ। ਠੀਕ ਹੈ। ਇਹ ਜ਼ਰੂਰ ਦੱਸ ਦਿਓ ਕਿ ਇਹ ਸਰਕਾਰ ਦੇ ਵਿੱਚ ਹੀ ਤੁਹਾਡਾ ਮਸਲਾ ਉੱਠਿਆ ਜਾਂ ਪਿਛਲੀਆਂ ਸਰਕਾਰਾਂ ਤੋਂ ਚੱਲ ਰਿਹਾ ਹੈ? ਕਿੰਨੇ ਲੰਬੇ ਸਮੇਂ ਤੋਂ ਇਹ ਮੰਗ ਤੁਹਾਡੀ ਅੜੀ ਹੋਈ? ਜੀ ਸਰ, ਇਹ ਅਸੀਂ ਕਾਫੀ ਟਾਈਮ ਤੋਂ, ਇਹ ਨਹੀਂ ਹੈ ਕਿ ਪਿਛਲੀਆਂ ਸਰਕਾਰਾਂ 'ਚ ਵੀ ਅਸੀਂ ਇਹ ਚੀਜ਼ਾਂ ਹੋਈਆਂ, ਬਟ ਪਿਛਲੀਆਂ ਸਰਕਾਰਾਂ ਨੇ ਸਾਡੀ ਸੁਣਵਾਈ ਕੀਤੀ ਹੈ। ਜਿਵੇਂ ਪਹਿਲਾਂ ਸਾਡੀ ਜਿਹੜੀ ਕਾਂਗਰਸ ਦੀ ਸਰਕਾਰ ਸੀਗੀ, ਉਹਨਾਂ ਨੇ ਸਾਨੂੰ NHM ਮੁਲਾਜ਼ਮਾਂ ਨੂੰ ਕੁਝ ਵਾਅਦਾ ਦਿੱਤਾ ਸੀਗਾ, ਬਟ ਜਦੋਂ ਦੀ ਇਹ ਸਰਕਾਰ ਆਈ ਹੈ ਇਹਨਾਂ ਨੇ ਸਾਡੇ ਤਨਖਾਹਾਂ ਦੇ ਵਿੱਚ 1 ਪੈਸੇ ਦਾ ਵੀ ਵਾਅਦਾ ਨਹੀਂ ਕੀਤਾ। ਅਸੀਂ ਬਹੁਤ ਵਾਰ ਇਹਨਾਂ ਨਾਲ ਮੀਟਿੰਗਸ ਕਰ ਚੁੱਕੇ ਹਾਂ, ਬਹੁਤ ਵਾਰ ਰੈਲੀਆਂ ਕਰ ਚੁੱਕੇ ਹਾਂ, ਧਰਨੇ ਲਗਾ ਚੁੱਕੇ ਹਾਂ, ਸਾਡਾ ਕੋਈ ਵੀ ਕਿਤੇ ਵੀ ਜਿਹੜੀ ਹੈ ਸੁਣਵਾਈ ਨਹੀਂ ਕੀਤੀ ਜਾ ਰਹੀ। ਇਹ ਕਹਿੰਦੇ ਕੀ ਨੇ ਜਦੋਂ ਮੀਟਿੰਗਾਂ ਕਰਦੇ ਹੋ ਉਹਦੇ ਵਿੱਚ ਕੋਈ ਬਹਾਨਾ, ਕੋਈ ਗੱਲ ਜਾਂ ਲਾਰਾ ਕੀ ਲਾਉਂਦੇ ਨੇ ਤੁਹਾਨੂੰ? ਸਰ, ਇਹ ਤਾਂ ਹੁਣ ਕਹਿ ਰਹੇ ਕਿ ਅੰਦਰ ਦੀਆਂ ਗੱਲਾਂ ਜਿਹੜੀਆਂ ਬਾਹਰ ਨਿਕਲਣ ਵਾਲੀਆਂ ਹੋ ਜਾਂਦੀਆਂ ਕਿ ਜਦੋਂ ਅਸੀਂ ਹੈਲਥ ਮਿਨਿਸਟਰ ਸਾਹਿਬ ਦੇ ਨਾਲ ਮੀਟਿੰਗ ਕਰਦੇ ਆ ਤਾਂ ਉਹ ਸਾਨੂੰ ਇਹ ਕਹਿੰਦੇ ਕਿ ਮੇਰੇ ਹੱਥ ਵੱਸ ਕੁਝ ਨਹੀਂ ਹੈਗਾ, ਕਿ ਮੈਂ ਕੁਝ ਕਰ ਹੀ ਨਹੀਂ ਸਕਦਾ। ਇਹ ਸਾਰਾ ਕੁਝ ਜਿਹੜਾ ਹੈ ਨਾ CM ਸਾਹਿਬ ਕੋਲ ਹੈਗੇ ਆ ਤੇ CM ਸਾਹਿਬ ਹੀ ਸਾਰਾ ਕੁਝ ਕਰ ਸਕਦੇ ਨੇ। ਹੁਣ ਸਾਨੂੰ ਇਹ ਇਸੇ ਕਰਕੇ ਅੱਜ ਅਸੀਂ ਘਰਾਵ CM ਸਾਹਿਬ ਦਾ ਹੀ ਕਰਾਂਗੇ ਜਾਂ ਜਿਹੜੇ ਮੰਤਰੀ ਹੈ ਉਹਨਾਂ ਦਾ ਕਰਾਂਗੇ ਕਿ ਜਦ ਹੈਲਥ ਮਿਨਿਸਟਰਸ ਦੇ ਹੱਥ ਦੇ ਵਿੱਚ ਕੁਝ ਹੈ ਹੀ ਨਹੀਂ ਹੈ ਤੇ ਉਹਨਾਂ ਨੂੰ ਜਿਹੜੀ ਪਦਵੀ ਹੈ ਜਾਂ ਉਹਨਾਂ ਨੂੰ ਪੋਸਟ ਕਿਸ ਚੀਜ਼ ਦੀ ਦਿੱਤੀ ਦੀ ਹੈ ਜਦ ਉਹ ਕੁਝ ਕਰ ਹੀ ਨਹੀਂ ਸਕਦੇ।
ਆਪ ਮੰਨਦੇ ਨੇ ਉਹ ਇਹ ਚੀਜ਼ ਨੂੰ ਕਿ ਮੇਰੇ ਹੱਥ ਕੁਝ ਜੀ ਬਿਲਕੁਲ, ਉਹਨਾਂ ਨੇ ਆਪ ਇਹ ਗੱਲ ਕਹੀ ਹੈ ਕਿ ਮੇਰੇ ਹੱਥ 'ਚ ਕੁਝ ਨਹੀਂ ਹੈਗਾ, ਮੈਂ ਮੁਲਾਜ਼ਮਾਂ ਵਾਸਤੇ ਕੁਝ ਨਹੀਂ ਕਰ ਸਕਦਾ ਹੈਲਥ ਵਰਕ। ਅੱਛਾ, ਜਦੋਂ ਇਦਾਂ ਸੰਘਰਸ਼ ਕਰਨ ਦੇ ਲਈ ਆਉਨੇ, ਇਦਾਂ ਇਕੱਠੇ ਹੁੰਨੇ ਆ, ਤਾਂ ਉਹਦਾ ਵੀ ਕੋਈ ਪ੍ਰੈਸ਼ਰ ਪਿੱਛੋਂ ਪੈਂਦਾ ਪਰ ਕਹਿ ਲਈਏ ਤੁਹਾਡੇ ਵਿਭਾਗ ਵੱਲੋਂ ਜਾਂ ਸਰਕਾਰ ਵੱਲੋਂ? ਜੀ ਸਰ, ਅਸੀਂ ਪ੍ਰੋਪਰ ਚੈਨਲ ਦੇ ਥਰੂ ਆਉਂਦੇ ਆ। ਅਸੀਂ ਪਹਿਲਾਂ ਜਿਹੜੇ ਮੰਗ ਪੱਤਰ ਆਪਣੇ ਐਸਐਮਓ ਸਾਹਿਬਾਨਾਂ ਨੂੰ, ਆਪਣੇ ਸਿਵਲ ਸਰਜਨ ਸਾਹਿਬਾਨਾਂ ਨੂੰ ਪ੍ਰੋਪਰ ਚੈਨਲ ਤੇ ਉਹਨਾਂ ਨੂੰ ਇੰਟੀਮੇਸ਼ਨ ਦੇ ਕੇ ਹੀ ਆਉਂਦੇ ਆ ਕਿ ਸਾਡੀ ਗੱਲ ਜਿਹੜੀ ਹੈ, ਕਿਉਂਕਿ ਅਸੀਂ ਕਦੀ ਵੀ ਨਹੀਂ ਚਾਹੁੰਦੇ ਕਿ ਸਾਡੇ ਮੁਲਾਜ਼ਮ ਜਿਹੜੇ ਉਹ ਸੜਕਾਂ ਦੇ ਉੱਤੇ ਧੱਕੇ ਖਾਣ, ਕਿਉਂਕਿ ਇਹਦੇ ਵਿੱਚ ਬਜ਼ੁਰਗ ਵੀ ਨਹੀਂ ਹੈ, ਪ੍ਰੈਗਨੈਂਟ ਲੇਡੀਜ਼ ਵੀ ਨਹੀਂ ਹੈਗੀਆਂ ਨੇ, ਕੁਝ ਹੈਂਡੀਕੈਪ ਵੀ ਨੇ। ਤੁਸੀਂ ਦੇਖੋਗੇ ਕਿ ਸਾਡੇ ਨਾਲ ਹੈਂਡੀਕੈਪ ਵੀ ਨੇ ਜਿਹੜੇ ਇੱਥੇ ਪਹੁੰਚੇ ਹੋਏ ਆ। ਤੇ ਅਸੀਂ ਹਮੇਸ਼ਾ ਇਹ ਚਾਹੁੰਦੇ ਹਾਂ ਕਿ ਜੋ ਵੀ ਸਰਕਾਰ ਨਾਲ ਸਾਡੀ ਮੰਗ ਹੈ, ਜੋ ਅਸੀਂ ਸਰਕਾਰ ਸਾਡੇ ਜਿਹੜੇ ਵੀ ਪ੍ਰਧਾਨ ਹੈਗੇ ਉਹਨਾਂ ਨਾਲ ਬੈਠ ਕੇ ਰਾਬਤਾ ਕਰੇ। ਬਟ ਇਹ ਸਾਡਾ ਇੱਕ ਲਾਸਟ ਸਟੈਪ ਹੁੰਦਾ, ਜਦੋਂ ਸਾਡੀ ਸੁਣਵਾਈ ਜਿਹੜੀ ਹੈ ਉਹ ਕਿਸੇ ਵੀ ਪਾਸਿਓਂ ਨਹੀਂ ਹੁੰਦੀ, ਫਿਰ ਸਾਨੂੰ ਮਜਬੂਰਨ ਜਿਹੜਾ ਸੜਕਾਂ ਤੇ ਉਤਰਨਾ ਪੈਂਦਾ ਹੈ। ਤੇ ਜਦੋਂ ਸੜਕਾਂ ਤੇ ਉਤਰਦੇ ਹੋ ਉਸ ਲਈ ਸਨਮਾਨਜਨਕ ਤੌਰ ਨਾਲ ਗੱਲਬਾਤ ਹੁੰਦੀ ਹੈ ਜਾਂ ਪੁਲਿਸ ਦੇ ਧੱਕੇ ਸਹਿ ਚੁੱਕੇ ਹੋ? ਸਰ, ਇਹ ਹਮੇਸ਼ਾ ਹੀ ਹੁੰਦਾ ਹੈ ਕਿ ਸਾਡੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸਾਡੀ ਕੋਈ ਗੱਲ ਆ ਕੇ ਸੁਣੇ। ਅਸੀਂ ਸਵੇਰ ਦੇ 9 ਵਜੇ ਦੇ ਇੱਥੇ ਬੈਠੇ ਹੋਏ ਹਾਂ, ਪ੍ਰਸ਼ਾਸਨ ਵੱਲੋਂ ਕੋਈ ਵੀ ਆ ਕੇ ਸਾਡੀ ਸੁਣਵਾਈ ਨਹੀਂ ਹੋਈ ਹੈਗੀ। ਜਦੋਂ ਅਸੀਂ ਇੱਥੋਂ ਮੂਵ ਕਰਨ ਲੱਗੇ ਸੀ ਤਾਂ ਉਸ ਤੋਂ ਬਾਅਦ ਜਿਹੜਾ ਸਾਡੇ ਨਾਲ ਧੱਕਾਸ਼ਾਹੀ ਹੋਈ ਹੈ, ਫੀਮੇਲਸ ਜਿਹੜੇ ਪੁਲਿਸ ਵਾਲੇ ਆ ਉਹਨਾਂ ਨੇ ਸਾਡੇ ਨਾਲ ਕੁੱਟਮਾਰ ਕੀਤੀ ਹੈ, ਔਰ ਕਾਫੀ ਈਵਨ ਸਾਡੇ ਬੰਦੇ ਵੀ ਜਿਹੜੇ ਉਹ ਚੱਕ ਕੇ ਲੈ ਗਏ ਸੀਗੇ। ਬਟ ਹੁਣ ਉਹਨਾਂ ਨੇ ਮਤਲਬ ਕਾਫੀ ਰਿਲੀਜ਼ ਕਰ ਦਿੱਤੇ ਜਦੋਂ ਜਹਿਦ ਕਰਨ ਤੋਂ ਬਾਅਦ। ਸੋ ਬਹੁਤ ਕੁਝ ਸਰ ਅਸੀਂ ਫੇਸ ਕਰ ਰਹੇ ਹਾਂ, ਬਟ ਇਹ ਸਾਡੀ ਮਜਬੂਰੀ ਹੈ ਕਿਉਂਕਿ ਸਰਕਾਰ ਸਾਨੂੰ ਹੱਥ ਨਹੀਂ ਫੜਾਉਂਦੀ ਹੈਗੀ। ਫੈਮਿਲੀ ਕਿੱਦਾਂ ਡੀਲ ਕਰਦੀ ਹੈ ਸਾਰੇ ਨਾਲ, ਜਿੱਦਾਂ ਤੁਸੀਂ ਸਾਰੇ ਆਉਂਦੇ ਹੋ? ਇਹ ਖਾਸ ਤੌਰ ਤੇ ਕੁੜੀਆਂ ਨੂੰ ਤਾਂ ਕਿਹਾ ਜਾਂਦਾ ਹੈ ਉਹ ਕੰਮ ਕਰਦੀਆਂ ਚੰਗਾ ਹੈ, ਕਈ ਵਾਰ ਤਾਂ ਕੰਮ ਵੀ ਨਹੀਂ ਕਰਨ ਦਿੱਤਾ ਜਾਂਦਾ, ਪਰ ਆਪਣੀ ਹੀ ਹੱਕ ਦੇ ਲਈ ਤਾਂ ਸੜਕ ਤੇ ਆ ਕੇ ਲੜਨਾ ਪੈ ਰਿਹਾ। ਤਾਂ ਸਰਕਾਰ ਦੇ ਨਾਲ ਲੜਦਿਆਂ ਪਰਿਵਾਰ ਦਾ ਸਹਿਯੋਗ ਮਿਲ ਰਿਹਾ ਹੈ ਨਾ? ਸਰ, ਮਜਬੂਰੀਆਂ ਜਦੋਂ ਆ ਜਾਂਦੀਆਂ ਨਾ ਤਾਂ ਬੰਦੇ ਨੂੰ ਸਭ ਕੁਝ ਕਰਨਾ ਪੈਂਦਾ ਹੈ। ਜਦੋਂ ਤੁਸੀਂ ਇੰਨੇ ਘੱਟ ਤਨਖਾਹਾਂ ਤੇ ਕੰਮ ਕਰੋਗੇ, ਜਦੋਂ ਤੁਹਾਡੇ ਘਰ ਪਰਿਵਾਰ ਚਲਾਉਣੇ ਔਖੇ ਹੋ ਜਾਂਦੇ ਆ, ਤੇ ਫਿਰ ਮਜਬੂਰੀਆਂ ਜਿਹੜੀਆਂ ਨਾ ਤੁਹਾਨੂੰ ਸੜਕਾਂ ਤੇ ਉਤਰਨ ਤੇ ਮਜਬੂਰ ਕਰ ਦਿੰਦੀਆਂ ਆ। ਸੋ ਸਾਡੇ ਪਰਿਵਾਰਾਂ ਨੂੰ ਪਤਾ ਹੈ ਕਿ ਜਿਸ ਤਨਖਾਹਾਂ ਤੇ ਅਸੀਂ ਕੰਮ ਕਰ ਰਹੇ ਹਾਂ ਉਸ ਤਨਖਾਹਾਂ ਨਾਲ ਬੱਚਿਆਂ ਦਾ ਖਰਚਾ, ਘਰ ਦਾ ਖਰਚਾ ਨਹੀਂ ਨਿਕਲ ਰਿਹਾ। ਸੋ ਮਜਬੂਰਨ ਚ ਆ ਕੇ ਉਹਨਾਂ ਨੂੰ ਸਾਨੂੰ ਭੇਜਣਾ ਪੈਂਦਾ ਹੈ। ਫਿਕਰਮੰਦ ਵੀ ਹੁੰਦੇ ਨੇ, ਡਰਦੇ ਵੀ ਨੇ ਕਿ ਕੁਝ ਹੋ ਨਾ ਜਾਵੇ, ਬਟ ਕੀ ਕਰੀਏ, ਇਹ ਮਜਬੂਰੀ ਹੈ, ਮਜਬੂਰੀ ਨਾਲ ਸਾਨੂੰ ਲੜਨਾ ਪੈਣਾ ਹੈ। ਤੁਸੀਂ ਕੀ ਕਹਿੰਦੇ ਹੋ, ਪਰਿਵਾਰਾਂ ਦਾ ਸਹਿਯੋਗ ਮਿਲਦਾ ਹੈ ਸਾਰੇ? ਦੇਖੋ ਜੀ, ਪਰਿਵਾਰ ਦਾ ਸਹਿਯੋਗ ਹੈ ਤਾਂ ਅਸੀਂ ਆਏ ਹਾਂ, ਕਿਉਂਕਿ ਜਿਵੇਂ ਕਿ ਦੱਸ ਹੀ ਚੁੱਕੇ ਨੇ ਕਿ ਜਦੋਂ ਹੁਣ ਸਾਡੀ ਅਗਲੀ ਪੀੜ੍ਹੀ ਆਏਗੀ, ਸਾਡੇ ਬੱਚੇ ਨੇ, ਘਰ ਦਾ ਖਰਚਾ ਆ, ਉਹ ਜਿਹੜਾ ਅੱਜ ਕੱਲ੍ਹ ਦਾ ਜਿੰਨੀ ਮਹਿੰਗਾਈ ਜਿਹੜੀ ਹੁੰਦੀ ਜਾ ਰਹੀ ਹੈ, ਇੱਕ ਬੰਦੇ ਦੀ ਤਨਖਾਹ ਨਾਲ ਤੇ ਸਰਦਾ ਨਹੀਂਗਾ। ਤੇ ਜੇ ਤਨਖਾਹ, ਅਸੀਂ ਆਲਰੇਡੀ ਕੰਮ ਜ਼ਿਆਦਾ ਆ, ਤਾਂ ਜੇ ਛੁੱਟੀ ਵਾਲਾ ਦਿਨ ਸੀਗਾ, ਬਾਕੀ ਦਿਨਾਂ ਤਾਂ ਅਸੀਂ ਸਰਕਾਰ ਦੇ ਜਿਹੜੇ ਦਿੱਤੇ ਕੰਮ ਕਰ ਹੀ ਰਹੇ ਹਾਂ, ਛੁੱਟੀ ਵਾਲੇ ਦਿਨ ਵੀ ਇੱਥੇ ਧੱਕੇ ਖਾ ਰਹੇ ਹਾਂ। ਕਈ ਵਾਰੀ ਹੁੰਦਾ ਹੈ ਕਿ ਵੀ ਘਰ ਦੇ ਵੀ ਕਹਿ ਦਿੰਦੇ ਨੇ ਕਿ ਵੀ ਤੁਸੀਂ 4 ਛਿੱਲੜ ਕਮਾਉਣ ਜਾਣਾ ਆ, ਉਹਦੇ ਲਈ ਵੀ ਤੁਸੀਂ ਸੜਕਾਂ ਤੇ ਉਤਰਨਾ ਆ। ਜਿਵੇਂ ਅੱਜ ਤੁਸੀਂ ਦੇਖ ਲਓ ਕਿ 15 ਤਾਰੀਖ ਹੋ ਗਈ ਹੈ, ਹਜੇ ਤੱਕ ਸਾਡੀ ਤਨਖਾਹ ਨਹੀਂ ਆਈ ਹੈਗੀ। ਤੇ ਐਵੇਂ ਹੀ ਪਿਛਲਾ ਮਹੀਨਾ ਸੀਗਾ, ਉਹ ਪੂਰਾ ਮਹੀਨਾ ਲੰਘ ਗਿਆ ਸੀਗਾ, ਮਤਲਬ ਫਰਵਰੀ ਦੀ ਤਨਖਾਹ ਮਿਲੀ ਹੋਈ ਸੀਗੀ ਤੇ ਸਾਨੂੰ 31 ਜਾਂ 30 ਅਪ੍ਰੈਲ ਨੂੰ ਜਾ ਕੇ ਤਨਖਾਹ ਜਿਹੜੀ ਉਹ ਮਿਲ ਰਹੀ ਹੈ। ਮਹੀਨਾ 2-2 ਮਹੀਨਾ ਸਾਨੂੰ ਤਨਖਾਹ ਨਹੀਂ ਮਿਲਦੀ ਹੈਗੀ, ਕੋਈ ਟਾਈਮ ਨਹੀਂ। ਅੱਜ ਕੱਲ੍ਹ ਦੀ ਮਹਿੰਗਾਈ ਦੇ ਦੌਰ ਦੇ ਵਿੱਚ ਜਿਵੇਂ ਸਾਰਾ ਕੁਝ ਕਿਸ਼ਤਾਂ ਤੇ ਚੱਲਦਾ ਪਿਆ ਆ, ਤਾਂ ਇਹ ਇੱਕ ਕਾਰਨ ਬਣ ਜਾਂਦਾ ਹੈ ਕਿ ਵੀ ਸਾਨੂੰ ਆਉਣਾ ਪੈਂਦਾ ਆ ਕਿ ਹਾਂਜੀ ਅਸੀਂ ਕੀ ਕਰੀਏ, ਕਿ ਸਾਡਾ ਕੋਈ ਜ਼ੋਰ ਵਾਸੀ ਨਹੀਂ ਚੱਲਦਾ ਪਿਆ ਕਿ ਆਵਾਂਗੇ ਸੜਕਾਂ ਤੇ ਉਤਰਾਂਗੇ ਤਾਂ ਹੀ ਜਿਹੜਾ ਹੈ ਸਾਡੀ ਜਿਹੜੀ ਗੱਲ ਆ ਕਿਤੇ ਜਿਹੜੀ ਉਹ ਸੁਣੀ ਜਾਏਗੀ ਤੇ ਅਸੀਂ ਆਪਣਾ ਭਵਿੱਖ ਤੇ ਬੱਚਿਆਂ ਦਾ ਭਵਿੱਖ ਸੁਧਾਰ ਸਕਾਂਗੇ। ਸਿਹਤ, ਸਿੱਖਿਆ, ਇਹ ਦੋਨਾਂ ਤੇ ਜ਼ੋਰ ਦੇਣ ਦੀ ਗੱਲ ਕਹੀ ਸੀ ਇਸ ਸਰਕਾਰ ਨੇ। ਕੀ ਲੱਗਦਾ ਹੈ ਆਹ ਹਾਲਾਤ ਦੇਖ ਕੇ ਕਿੱਥੇ ਕ ਖੜੀ ਆ ਸਿਹਤ ਤੇ ਸਿੱਖਿਆ ਨੀਤੀ ਸਰਕਾਰ? ਸਰ, ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਐਜੂਕੇਸ਼ਨ ਔਰ ਹੈਲਥ ਡਿਪਾਰਟਮੈਂਟ ਵਾਲ ਦਾ ਬਹੁਤ ਬੁਰਾ ਹਾਲ ਹੈ। ਸਾਡੀ ਇੰਨੀ ਘੱਟ ਸੈਲਰੀ, ਅਸੀਂ ਇਹੀ ਕਹਿ ਰਹੇ ਕਿ ਅਸੀਂ ਸਾਨੂੰ ਰੈਗੂਲਰ ਕੀਤਾ ਜਾਵੇ, ਦੂਜੇ ਸੂਬਿਆਂ ਦੇ ਇਕੁਅਲ ਸਾਨੂੰ ਮਤਲਬ ਸੈਲਰੀ ਹੋਣੀ ਚਾਹੀਦੀ ਆ, ਬਟ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਈਵਨ ਐਜੂਕੇਸ਼ਨ ਬੋਰਡ ਦੇ ਵਿੱਚ ਵੀ ਆਹੀ ਹਾਲ ਆ ਤੇ ਧੱਕੇ ਖਾ ਕੇ ਅਸੀਂ ਆਪਣੇ ਘਰਾਂ ਨੂੰ ਜਾ ਰਹੇ ਹਾਂ। ਸਾਨੂੰ ਕੋਈ ਹਲੇ ਤੱਕ ਕੋਈ ਮੀਟਿੰਗ ਵਗੈਰਾ ਜਾਂ ਕੁਝ ਹਲੇ ਤੱਕ ਉਹਨਾਂ ਨੇ ਕੋਈ ਲੈਟਰ ਨਹੀਂ। ਅੱਜ ਤੁਹਾਡੀ ਗੱਲ ਹੋਈ ਹੈ ਕਿਸੇ ਨਾਲ ਮੀਟਿੰਗ ਦੇ ਲਈ? ਮੀਟਿੰਗ ਲਈ ਸਰ ਹੁਣੇ ਪ੍ਰਸ਼ਾਸਨ ਜਿਹੜੀ ਉਹ ਕਹਿ ਰਹੀ ਹੈ ਕਿ ਜੀ ਆਪਾਂ ਤੁਹਾਡੀ ਗੱਲ ਹੈ ਜਿਹੜੀ ਅੱਗੇ ਤੱਕ ਪਹੁੰਚਾ ਦਿੱਤੀ ਗਈ ਹੈ, ਤੁਹਾਨੂੰ ਜੋ ਵੀ ਅੱਗੇ ਤੋਂ ਫੈਸਲਾ ਆਏਗਾ ਉੱਪਰੋਂ ਵੀ ਉਹ ਤੁਹਾਨੂੰ ਦੱਸ ਦਿੱਤਾ ਜਾਏਗਾ। ਲੇਕਿਨ ਹਜੇ ਤੱਕ ਦਾ ਜਿਹੜਾ ਪੱਕਾ ਫੈਸਲਾ ਹੈ ਵੀ ਕਿੱਥੇ ਹੋਗੀ। ਮੋਰ ਓਵਰ ਸਰ, ਜੀ ਮੀਟਿੰਗ ਲਈ ਇਹਨਾਂ ਨੇ ਇਹੀ ਕਹਿਣਾ ਹੈ ਕਿ ਜੀ ਅਸੀਂ ਤੁਹਾਡੀ ਮੀਟਿੰਗ ਫਲਾਣੇ ਐਮਐਲਏ ਜਾਂ ਫਲਾਣੇ ਐਮਪੀ ਨਾਲ ਕਰਾ ਦਿੰਦੇ ਆ, ਤੇ ਉਹਨਾਂ ਨੇ ਜਾ ਕੇ ਅੱਗੋਂ ਇਹੀ ਕਹਿ ਦੇਣਾ ਕਿ ਜੀ ਇਹ ਤਾਂ ਜੀ ਉੱਪਰੋਂ ਹੀ ਹੱਲ ਹੋਣ ਵਾਲੀਆਂ ਚੀਜ਼ਾਂ ਨੇ। ਤਾਂ ਸੋ ਸਾਨੂੰ ਚਾਹੀਦਾ ਕਿ ਅਸੀਂ ਮੁੱਖ ਮੰਤਰੀ ਸਾਹਿਬ ਨਾਲ ਹੀ ਮੀਟਿੰਗ ਹੈ ਜਿਹੜੀ ਅਸੀਂ ਲਵਾਂਗੇ। ਉਹਨਾਂ ਵੱਲੋਂ ਹਜੇ ਤੱਕ ਪੂਰੇ 3 ਸਾਲਾਂ 'ਚ ਇੱਕ ਵਾਰ ਵੀ ਏਦਾਂ ਦਾ ਕੁਝ ਨਹੀਂ ਹੋਇਆ। ਜੇ ਹੁੰਦਾ ਵੀ ਹੈ, ਬਕਾਇਦਾ ਚਿੱਠੀ ਕੱਢਦੇ ਨੇ, ਕੱਢੀ ਵੀ ਹੈ, ਸਾਡੇ ਕੋਲ ਪਈ ਵੀ ਹੈ ਕਿ ਤੁਸੀਂ ਆਓ, ਸੀਐਮ ਸਾਹਿਬ ਕਹਿੰਦੇ ਮੈਂ ਤੁਹਾਡੀਆਂ ਗੱਲਾਂ ਸੁਣਾਂਗਾ। 3 ਮੀਟਿੰਗ ਤੋਂ 1 ਦਿਨ ਪਹਿਲਾਂ ਸ਼ਾਮ ਨੂੰ 5 ਵਜੇ ਮੈਸੇਜ ਆ ਗਿਆ
ਕਿ ਮੀਟਿੰਗ ਕਿਸੇ ਕਾਰਨਾਂ ਕਰਕੇ ਪੋਸਟਪੋਨ ਕਰ ਦਿੱਤੀ ਹੈ, ਰੱਦ ਕਰ ਦਿੱਤੀ ਗਈ ਹੈ, ਪਰ ਉਹਦੀ ਤਾਰੀਖ ਅੱਜ ਤੱਕ ਨਹੀਂ ਮਿਲੀ। ਗੱਲ ਨੂੰ ਸਾਲ ਹੋ ਗਿਆ। ਤੁਸੀਂ ਕਹਿਣਾ ਚਾਹੋ। ਸਰ ਜਿਵੇਂ ਤੁਸੀਂ ਮੀਟਿੰਗ ਦੀ ਗੱਲ ਕਰ ਰਹੇ ਹੋ, ਸਾਨੂੰ 2 ਮਹੀਨੇ ਦੇ ਵਿੱਚ 30 ਤੋਂ 35 ਮੀਟਿੰਗਸ ਦਿੱਤੀਆਂ, ਬਟ ਕੋਈ ਉਹਨਾਂ ਦਾ ਕੋਈ ਰਿਜ਼ਲਟ ਨਹੀਂ ਹੈ। ਤਾਂ ਇਹ ਸਾਨੂੰ ਕੀ ਪਤਾ ਕਿ ਇਹ ਮੀਟਿੰਗ ਦਾ ਕੀ ਹੋਏਗਾ। ਇਸ ਹਿਸਾਬ ਨਾਲ ਲੱਗਦਾ ਕਿ ਇਸ ਹਿਸਾਬ ਨਾਲ ਸਟੇਟ ਜਲਦੀ ਕੋਲੈਪਸ ਵੱਲ ਵੱਧ ਰਹੀ ਹੈ, ਕਿਉਂਕਿ ਪੈਸਾ ਸਰਕਾਰ ਦੇ ਕੋਲ ਹੈ ਨਹੀਂ। ਕੇਂਦਰ ਨੂੰ ਕਹਿੰਦੇ ਨੇ ਉਹਨੇ ਆਰਡੀਐਫ ਫੰਡ ਰੋਕਿਆ ਹੋਇਆ ਹੈ, ਪੈਸਾ ਕੋਲ ਹੈ ਨਹੀਂ, ਤਨਖਾਹਾਂ ਤੁਹਾਨੂੰ ਦਿੱਤੀਆਂ ਨਹੀਂ ਜਾ ਰਹੀਆਂ। ਈਵਨ ਕਿ ਜਿਹੜੇ ਫਸਟ ਗ੍ਰੇਡ ਦੇ ਉਹ ਵੀ ਸਾਰੇ ਕਹਿ ਰਹੇ ਨੇ ਕਿ ਸਾਨੂੰ ਤਨਖਾਹਾਂ ਟਾਈਮ ਤੇ ਨਹੀਂ ਮਿਲਦੀਆਂ। ਸਟੇਟ ਕੋਲੈਪਸ ਵੱਲ ਵੱਧ ਰਹੀ ਹੈ। ਵੱਧ ਨਹੀਂ ਰਹੀ ਸਰ, ਮੈਂ ਤਾਂ ਕਹੂੰਗੀ ਵੱਧ ਹੀ ਗਈ ਹੈ ਆਲਰੇਡੀ, ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਚੱਲਦੇ ਪਏ ਨੇ, ਜੇ ਆਪਾਂ ਪੁਰਾਣੇ ਪਿਛਲੇ 2-3 ਸਾਲ ਪਹਿਲਾਂ ਦੀ ਗੱਲ ਕਰੀਏ, ਜੇ ਹੋਰ ਕੁਝ ਨਹੀਂ ਸੀ ਹੁੰਦਾ ਤੇ ਸਾਨੂੰ ਜਿਹੜੇ ਸਾਲਾਨਾ ਵਾਧੇ ਚੰਗੇ ਤਰੀਕੇ ਨਾਲ ਸਮੇਂ ਸਿਰ ਮਿਲ ਜਾਂਦੇ ਸੀ। ਚਲੋ ਜਿਵੇਂ ਅਸੀਂ ਕੋਈ ਕੰਮ ਕਰਦੇ ਸੀ ਉਹਦਾ ਕੁਝ ਪਰਸੈਂਟੇਜ ਮਿਲ ਜਾਂਦਾ ਸੀ, ਲੇਕਿਨ ਹੁਣ ਤਾਂ ਸਾਨੂੰ ਸਾਡੀ ਆਪਦੀ ਤਨਖਾਹ ਜਿਹੜੀ ਹੈ ਉਹ ਮਿਲਣੀ ਹੀ ਬਹੁਤ ਦੂਰ ਹੋ ਗਈ ਹੈ। ਟਾਈਮ ਨਾਲ ਮਿਲਣਾ ਤਾਂ ਬਹੁਤ ਦੂਰ ਦੀ ਗੱਲ ਹੈ। ਮਤਲਬ ਤੁਸੀਂ ਕਹੋ 2-2 ਮਹੀਨੇ ਦਾ ਟਾਈਮ ਹੈ ਜਿਹੜਾ ਖਪਾ ਦਿੰਦਾ, ਉਹਦੇ ਲਈ ਵੀ ਸਾਨੂੰ ਪਹਿਲਾਂ ਲੜਨਾ ਪੈਂਦਾ ਹੈ। ਤੇ ਰਿਪੋਰਟ ਜਦੋਂ ਇਹਨਾਂ ਨੂੰ ਕੋਈ ਚਾਹੀਦੀ ਹੈ, ਕੰਮ ਜਿਹੜਾ ਚਾਹੀਦਾ ਉਹ ਇਹਨਾਂ ਨੂੰ ਸਮੇਂ ਸਿਰ ਚਾਹੀਦਾ, ਤੇ ਉਹ ਵੀ ਬਿਨਾਂ ਸਾਜੋ ਸਮਾਨ ਭੇਜੇ। ਮਤਲਬ ਤੁਸੀਂ ਇਹ ਕਹਿ ਲਓ ਕਿ ਸਾਡਾ ਡਾਕਟਰਾਂ ਦਾ ਸਾਰਿਆਂ ਦਾ ਇਹ ਹਾਲ ਹੋ ਚੁੱਕਿਆ, ਕਮਿਊਨਿਟੀ ਹੈਲਥ ਅਫਸਰਾਂ ਦਾ ਜਾਂ ਇਹਨਾਂ ਦਾ ਜੋ ਵੀ ਸਟਾਫ ਹੈਲਥ ਦਾ, ਕਿ ਆਪਾਂ ਤੁਸੀਂ ਜਾਓ ਜੀ ਬੀਪੀ ਦਾ ਕੈਂਪ ਲਗਾਓ, ਪਰ ਤੁਹਾਨੂੰ ਬੀਪੀ ਦਾ ਆਪਰੇਟਰਸ ਨਹੀਂ ਦੇਣਾ, ਤੇ ਅਸੀਂ ਜਾ ਕੇ ਉੱਥੇ ਕੈਂਪ ਕਿੱਦਾਂ ਲਗਾਈਏ? ਮਤਲਬ ਉਹ ਅਸੀਂ ਆਪਣੇ ਪੱਲਿਓਂ ਖਰੀਦੀਏ। ਸਾਨੂੰ ਤਨਖਾਹ ਤਾਂ ਕੀ ਦੇਣੀ ਹੈ, ਲੇਕਿਨ ਸਾਡੇ ਕੰਮ ਕਰਨ ਲਈ ਜਿਹੜਾ ਸਾਨੂੰ ਸਮਾਨ ਭੇਜਣਾ ਹੈ, ਲੋਕਾਂ ਦੀ ਦਵਾਈਆਂ ਭੇਜਣੀਆਂ, ਉਹ ਵੀ ਸਾਨੂੰ ਆਪਣੇ ਪੱਲਿਓਂ ਲੈਣੀਆਂ ਪੈਣੀਆਂ। ਪੱਲਿਓਂ ਉਹ ਵੀ ਤਨਖਾਹ ਚ ਉੱਤੇ ਤਨਖਾਹ ਆਈ ਨਹੀਂ। ਹਾਂ ਆਈ ਜੀ ਤੁਸੀਂ ਕੀ ਕਹਿੰਦੇ ਹੋ? ਇਹ ਜਿੱਦਾਂ ਇਹਨਾਂ ਨੇ ਗੱਲ ਕੀਤੀ ਹੈ, ਇਸੇ ਸੇਮ ਤਰੀਕੇ ਦੇ ਨਾਲ ਸਕੂਲਾਂ 'ਚ ਹੋਇਆ। ਸਕੂਲਾਂ 'ਚ ਸਿੱਖਿਆ ਕ੍ਰਾਂਤੀ ਦੇ ਤਹਿਤ ਉਦਘਾਟਨ ਜਿਹੜੇ ਕੀਤੇ ਗਏ ਨੇ, ਉਹ ਟੀਚਰਾਂ ਨੇ ਆਪਣੀ ਤਨਖਾਹ 'ਚੋਂ ਪੈਸੇ ਲਾ ਕੇ ਕੀਤੇ ਨੇ। ਉਹਨਾਂ ਨੂੰ ਕਹਿੰਦੇ ਤੁਹਾਡੇ ਫੰਡ ਆ ਜਾਣਗੇ, ਬਾਅਦ ਦੇ ਵਿੱਚ ਕਿਸੇ ਨੂੰ ਪੈਸੇ ਨਹੀਂ ਆਏ। ਇਹ ਇਦਾਂ ਦਿਖਾ ਕੇ ਇੱਕ ਤਰੀਕੇ ਨਾਲ ਹਾਥੀ ਦੇ ਦੰਦ ਦਿਖਾਉਣੇ, ਪਰ ਪਿੱਛੋਂ ਸਾਰਾ ਕੁਝ ਸਾਰਾ ਪਤਾ ਹੀ ਹੈ, ਕੋਲੈਪਸ ਹੋਇਆ ਹੈ। ਕੀ ਲੱਗਦਾ ਤੁਹਾਨੂੰ, ਸਿਹਤ ਤੇ ਸਿੱਖਿਆ ਦੋਵੇਂ ਕ੍ਰਾਂਤੀਆਂ ਦੀ ਜਿਹੜੀ ਸਰਕਾਰ ਨੇ ਗੱਲ ਕੀਤੀ ਸੀ, ਕਿੱਥੇ ਕੁ ਖੜੀ ਹੈ ਉਸ ਦੇ ਵਿੱਚ? ਬਿਲਕੁਲ ਸਰ, ਕੋਲੈਪਸ ਹੀ ਹੋ ਰਹੀ ਹੈ, ਕਿਉਂਕਿ ਜਿਵੇਂ ਦੇਖਿਆ ਜਾ ਰਿਹਾ ਹੈ ਕਿ ਸਿਹਤ ਔਰ ਸਿੱਖਿਆ ਜਿਹੜੇ ਹੈ ਦੋਨੋਂ ਹੀ ਬੜੇ ਮੇਨ ਡਿਪਾਰਟਮੈਂਟ ਨੇ ਆਪਣੇ, ਬੜੇ ਦੋਨਾਂ ਵੱਲ ਹੀ ਬਹੁਤ ਹੀ ਧਿਆਨ ਜਿਹੜਾ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਤੁਸੀਂ ਦੇਖੋ ਕਿ ਕਰੋਨਾ ਦੇ ਵਿੱਚ ਕਿਵੇਂ ਕੀ ਹਾਲਾਤ ਸੀਗੇ, ਸਾਨੂੰ ਪਤਾ ਸੀ ਕਰੋਨਾ ਯੋਧੇ ਆ ਅਸੀਂ, ਕਿਸ ਤਰੀਕੇ ਦੇ ਨਾਲ ਅਸੀਂ ਕੰਮ ਕੀਤਾ ਸੀਗਾ, ਕਿਵੇਂ ਅਸੀਂ ਆਪਣੀਆਂ ਜਾਨਾਂ ਦੇ ਉੱਤੇ ਖੇਲ ਕੇ ਲੋਕਾਂ ਨੂੰ ਬਚਾਇਆ ਸੀਗਾ। ਇਹਨਾਂ ਦੇ ਜਿੰਨੇ ਵੀ ਕਹਿੰਦੇ ਫਟੇ ਚੀਜ਼ਾਂ ਨੂੰ ਪੋਚੇ ਪਾਏ ਅਸੀਂ ਲੋਕਾਂ ਨੇ, ਕਿਉਂਕਿ ਅਸੀਂ ਸੋਚਦੇ ਆ ਕਿ ਡਿਪਾਰਟਮੈਂਟ ਸਾਡੀ ਮਾਂ ਹੈ, ਅਸੀਂ ਫਿਰ ਵੀ ਆਪਣੀ ਮਾਂ ਨੂੰ ਢੱਕਿਆ, ਠੀਕ ਹੈ। ਬਟ ਇਹਨਾਂ ਨੂੰ ਸਾਡੇ ਤੇ ਤਰਸ ਨਹੀਂ ਆਉਂਦਾ ਸਰ। ਜਦੋਂ ਕੰਮ ਕਰਵਾਉਣਾ ਹੁੰਦਾ ਹੈ ਉਸ ਟਾਈਮ ਤੇ ਡਿਪਾਰਟਮੈਂਟ ਕਹਿੰਦਾ ਹੈ ਕਿ ਨਹੀਂ ਜੀ ਸਾਡਾ ਇਹ ਫਰਜ਼ ਬਣਦਾ ਹੈ, ਸਾਨੂੰ ਇਹ ਕਰਨਾ ਪੈਣਾ, ਬਟ ਉਦੋਂ ਫਰਜ਼ ਕਿੱਥੇ ਜਾਂਦਾ ਹੈ ਸਰਕਾਰ? ਅੱਛਾ ਮੈਮ, ਤੁਹਾਨੂੰ ਮੈਂ ਰੋਕ ਰਿਹਾ, ਵਿਰੋਧੀ ਕਿੱਥੇ ਗਏ ਇਹ ਸਾਰੇ ਦੇ ਵਿੱਚ? ਵਿਰੋਧੀ ਕੋਈ ਸੁਣ ਰਿਹਾ ਗੱਲ, ਜਾਂ ਤੁਸੀਂ ਉਹਨਾਂ ਤੱਕ ਅਪਰੋਚ ਕਰ ਰਹੇ ਹੋ? ਕਿਉਂਕਿ ਇਹ ਵੀ ਇਲਜ਼ਾਮ ਲੱਗ ਰਿਹਾ ਹੈ ਕਿ ਜਿਹੜੀ ਵਿਰੋਧੀ ਤੇ ਰਹਿ, ਉਹ ਵੀ ਵਿਰੋਧੀ ਧਿਰ ਦੀ ਭੂਮਿਕਾ ਨਹੀਂ ਨਿਭਾ ਪਾ ਰਹੀ। ਇੱਕ ਤਾਂ ਮੈਂਡੇਟ ਬਹੁਤ ਵੱਡਾ ਦੇ ਦਿੱਤਾ, 92 ਸੀਟਾਂ ਜਿਤਾ ਕੇ 2 ਬਾਅਦ ਚੋਂ ਫੇਰ ਮਿਲ ਗਈਆਂ ਉਹਨਾਂ ਨੂੰ, ਹੁਣ ਇਸ ਤੇ ਵੀ ਲੜ ਰਹੇ ਨੇ। ਵਿਰੋਧੀ ਧਿਰ ਕਿਤੇ ਨਹੀਂ ਦੀਦੀ ਤੁਹਾਡਾ, ਇਸ ਕਰਕੇ ਵੀ ਤੁਹਾਨੂੰ ਲੱਗਦਾ ਹੈ ਕਿ ਸਾਰੇ ਮਸਲੇ ਰੁਕੇ ਹੋਏ ਨੇ, ਵੀ ਵਿਰੋਧੀ ਧਿਰ ਦੇ ਵਿੱਚ ਕੋਈ ਹੈ ਹੀ ਨਹੀਂ ਜਿਹੜਾ ਮੁੱਦਾ ਚੱਕ ਸਕੇ? ਐਕਚੁਅਲੀ ਸਰ ਪ੍ਰੋਬਲਮ ਇਹ ਕੀ ਹੈਗੀ ਹੈ ਕਿ ਜਿਹੜਾ EMPLOYE ਸੀਗਾ, ਯੂਥ ਸੀਗਾ, ਬਹੁਤ ਅੱਕਿਆ ਪਿਆ ਸੀਗਾ, ਠੀਕ ਹੈ। ਉਹਨਾਂ ਨੂੰ ਐਵੇਂ ਲੱਗਦਾ ਸੀਗਾ ਕਿ ਸਾਰੀਆਂ ਹੀ ਸਰਕਾਰਾਂ ਆ ਗਈਆਂ ਹੈ, ਕਿਸੇ ਵੱਲੋਂ ਵੀ ਕੋਈ ਜ਼ਿਆਦਾ ਜਿਹੜਾ ਇਹ ਪ੍ਰੋਗਰੈਸ ਨਹੀਂ ਕੀਤੀ ਗਈ ਹੈ, ਤੇ ਉਹਨਾਂ ਨੇ ਇਹ ਸੋਚਿਆ, ਯੂਥ ਦਾ ਇਹ ਭੁਲੇਖਾ ਰਹਿ ਗਿਆ ਕਿ ਅਸੀਂ ਇਸ ਵਾਰੀ ਨਵਾਂ ਚਾਂਸ ਇੱਕ ਨਵੀਂ ਸਰਕਾਰ ਨੂੰ ਦਈਏ, ਸ਼ਾਇਦ ਸਾਡਾ ਕੁਝ ਬਣ ਜਾਵੇ। ਪਰ ਮੈਨੂੰ ਲੱਗਦਾ ਕਿ ਇਹ ਯੂਥ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੈ, ਮੁਲਾਜ਼ਮਾਂ ਤੋਂ ਬੜੀ ਵੱਡੀ ਗਲਤੀ ਹੋ ਗਈ ਹੈ, ਜਿਹੜਾ ਅੱਜ ਖਮਿਆਜ਼ਾ ਉਹ ਭੁਗਤ ਰਹੀ ਹੈ, ਜਿਹੜਾ ਉਹਨਾਂ ਨੂੰ ਹਰ ਮਹੀਨੇ ਜਾਂ ਹਰ 6 ਮਹੀਨੇ ਬਾਅਦ ਸੜਕਾਂ ਤੇ ਉਤਰਨਾ ਪੈ ਰਿਹਾ ਹੈ। ਸੋ ਮੈਨੂੰ ਲੱਗਦਾ ਕਿ ਇਹ ਹੁਣ ਤੱਕ ਦੀ ਜਿਹੜੀ ਆਪ ਦੀ ਸਰਕਾਰ ਆ, ਯੂਥ ਵਾਸਤੇ ਤਾਂ ਬਹੁਤ ਹੀ ਬੇਕਾਰ ਰਹੀ ਹੈ। ਅੱਛਾ, ਮੁਹੱਲਾ ਕਲੀਨਿਕ ਵਰਕਰ ਵੀ ਤੁਹਾਡੇ ਨਾਲ ਹੀ ਨੇ, ਤੁਹਾਡੀ ਜਥੇਬੰਦੀ? ਨਹੀਂ ਸਰ, ਉਹ ਸਾਡੇ ਹੈ ਤਾਂ ਸਾਡੇ ਡਿਪਾਰਟਮੈਂਟ ਦਾ ਹੀ ਹਿੱਸਾ ਹੈ, ਬਟ ਉਹ ਸਾਡੀ ਜਥੇਬੰਦੀ ਦੇ ਨਾਲ ਨਹੀਂ ਹੈ। ਸੋ ਇਸ ਤਰੀਕੇ ਦੀਆਂ ਸਾਰੀਆਂ ਸਮੱਸਿਆਵਾਂ ਨੇ। ਇਹ ਨੈਸ਼ਨਲ ਹੈਲਥ ਮਿਸ਼ਨ ਦੇ ਜਿਹੜੇ ਵਰਕਰ ਨੇ ਤੇ ਇਹ ਪੱਕੇ ਹੋਣ ਦੀਆਂ ਮੰਗਾਂ ਦੇ ਨਾਲ ਜੂਝ ਰਹੇ ਨੇ। ਉਹਨਾਂ ਨੇ ਸਾਰੀ ਆਪਣੀ ਗੱਲ ਰੱਖੀ ਹੈ। ਇੱਥੇ ਲੁਧਿਆਣਾ ਵੈਸਟ ਦੇ ਵਿੱਚ ਇਸ ਸਮੇਂ ਪੂਰਾ ਜ਼ੋਰ ਲੱਗਿਆ ਹੋਇਆ ਸਰਕਾਰ ਦਾ, ਸਾਰਾ ਤੰਤਰ ਇੱਥੇ ਹੈ। ਕਹਿੰਦੇ ਚੰਡੀਗੜ੍ਹ ਦਾ ਸੈਕਟਰੀਏਟ ਖਾਲੀ ਹੈ ਤੇ ਸਾਰੇ ਦੇ ਸਾਰੇ ਪੰਜਾਬ ਚੋਂ ਜਿੰਨੇ ਵੀ MLA ਆਮ ਆਦਮੀ ਪਾਰਟੀ ਦੇ ਨੇ, ਸਾਰੇ ਇੱਥੇ ਟਿਕਾਣਾ ਬਣਾਈ ਬੈਠੇ ਨੇ। ਉਸੇ ਦੇ ਨਾਲ ਧਰਨਾਕਾਰੀ ਵੀ ਸਾਰੇ ਇੱਥੇ ਨੇ। ਪਰ ਕੀ ਇਹਨਾਂ ਦੀਆਂ ਮੰਗਾਂ ਸੁਣਨ ਦਾ ਸਮਾਂ ਹੈ ਸਰਕਾਰ ਦੇ ਕੋਲ, ਜਾਂ ਫਿਰ ਉਹਨਾਂ ਨੂੰ ਸਭ ਤੋਂ ਜ਼ਿਆਦਾ ਪਿਆਰੀ ਇਹ ਸੀਟ ਹੈ, ਇਹ ਸੀਟ ਜਿੱਤ ਕੇ ਕੇਜਰੀਵਾਲ ਸਾਹਿਬ ਨੂੰ ਜਿਹੜਾ ਰਾਜ ਸਭਾ ਦਾ ਦਰਵਾਜ਼ਾ ਫੜਾਉਣਾ ਹੈ?
ਉਸ ਦੇ ਵਿੱਚ ਸਾਰੇ ਲੱਗੇ ਹੋਏ ਨੇ। ਵੇਖਦੇ ਹਾਂ ਬਣਦਾ ਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ ਪੰਜਾਬੀ ਟੀਵੀ USA ਦੇ ਨਾਲ। ਧੰਨਵਾਦ।